ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਹਾਂ ਲਾਗੇ ਉਠ ਨਾਮ ਜਪ, ਨਿਸਬਾ ਸੁਰਿਆਰਾ ਕਾਰਾ ਤੁਝੇ ਨ ਵਿਆਪਈ, ਨਾਨਕ ਮਿਟੈ ਉਪਾਤ। ਕਾਰਾ ਤੁਝੇ ਨ ਵਿਆਪਈ, ਨਾਨਕ ਮਿਟੈ ਉਪਾਤ। ਅਮੇਂ ਦ੍ਰਿਸ਼ਟ ਸੁਭ ਕਰੈ, ਹਰੈ ਯਗ ਪਾਪ ਸਗਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭ ਹੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਹੋਵੈ। ਗੁਰ ਨਵਨਿਤ ਦਰਿਆਓ, ਜਨਮ ਹਮ ਕਾਲਖ ਧੋਵੈ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਅਜ਼ੀਮ ਨਵਾਜ਼ਿਸ਼ ਹੈ। ਸਵੇਰ ਸਮੇਂ ਅਸੀਂ ਸਤਸੰਗਤ ਦਾ ਸਮਾਂ ਮਾਣ ਪਾ ਰਹੇ ਹਾਂ। ਅਜੇ ਹੁਣੇ ਅਰਦਾਸ ਦੀ ਸ਼ਮੂਲੀਅਤ ਦੇ ਨਾਲ ਅੱਜ ਦਾ ਗੁਰਬਚਨ ਗੁਰਹੁਕਮ ਗਿਆਨੀ ਜੀ ਨੇ ਸਾਨੂੰ ਦੁਹਰਾ ਕੇ ਸਰਵਨ ਕਰਵਾਇਆ ਹੈ। ਇਹ ਬਚਨ ਰਾਗ ਟੋਡੀ ਦੀ ਰਚਨਾ ਹੈ। ਮਹਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਇਸ ਬਚਨ ਨੂੰ ਉਚਰਿਤ ਕਰ ਰਹੇ ਨੇ। ਸਿਰਫ 2 ਪਦਿਆਂ ਦਾ ਵਾਕ ਹੈ। ਬੜੀ ਇੱਕ ਕੰਪੈਕਟ ਵੇ ਦੇ ਨਾਲ, ਬੜੇ ਛੋਟੇ ਰੂਪ ਦੇ ਵਿੱਚ ਗੁਰੂ ਬਾਬਾ ਜੀ ਨੇ ਸੱਚ ਦਾ ਸੰਦੇਸ਼ ਸਾਡੀ ਝੋਲੀ ਪਾਇਆ ਹੈ। ਬੰਤਰ ਕੁਝ ਇਸ ਤਰ੍ਹਾਂ ਹੈ ਕਿ ਪਹਿਲਾ ਹੀ ਪਦਾ ਰਹਾ ਉਹਦਾ ਬੰਦ ਆ, ਜਿਹਦੇ 'ਚ ਮੇਨ ਮੈਸੇਜ ਆ। ਉਸ ਤੋਂ ਬਾਅਦ ਸ਼ਬਦ ਦੀ ਵਿਆਖਿਆ ਹੈ। ਖੈਰ, ਮਰਿਆਦਿਤ ਢੰਗ ਦੇ ਨਾਲ ਇਹਨਾਂ ਗੁਰਬਚਨਾਂ ਦੀ ਤਕਰੀਰ ਵਿਚਾਰ ਪ੍ਰਾਰੰਭ ਕਰੀਏ। ਸਭ ਤੋਂ ਪਹਿਲਾਂ ਖਾਕਸਾਰ ਦੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਚਨ ਪ੍ਰਾਰੰਭ ਹੋ ਰਿਹਾ ਹੈ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੇ। ਹਰ ਬਿਸਰਤ ਸਦਾ ਖੁਆਰੀ। ਹਰੀ ਬਿਸਰਤ ਮੈਨੂੰ ਵਿਸਾਰਨਾ, ਕਿਸੇ ਚੀਜ਼ ਨੂੰ ਟੋਟਲੀ ਉਹਨੂੰ ਨਿਗਲੈਕਟ ਕਰ ਦੇਣਾ, ਫੋਰਗੈਟ ਕਰ ਜਾਣਾ, ਉਸ ਰੂਪ ਵਿੱਚ ਬਾਤ ਹੋ ਰਹੀ ਹੈ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਅਸੀਂ ਪੜ੍ਹੀਏ ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਦੱਸਦੇ ਨੇ ਜੋ ਉਹ ਰੱਬ ਹੈ, ਵਾਹਿਗੁਰੂ ਹੈ, ਜੋ ਸਰਬ ਸਮਰੱਥ ਈਸ਼ਵਰੀ ਸਤਾ ਆ, ਉਹਦੀ ਹੋਂਦ ਓਮਨੀ ਪ੍ਰੈਜ਼ੈਂਟ ਹੈ। ਭਾਵ ਉਹ ਜ਼ਰਰੇ ਜ਼ਰਰੇ 'ਚ ਮੌਜੂਦ ਹੈ। ਉਸ ਨੂੰ ਕਿਆ ਹੀ ਓਅੰਕਾਰ ਕਿਹਾ ਗਿਆ ਹੈ। ਉਹ ਅਹੰਕਾਰ 3 ਰੂਪਾਂ 'ਚ ਦਾ ਉਚਾਰਨ ਹੁੰਦਾ ਹੈ। ਉਹਦਾ ਮਤਲਬ ਅਵਿਥ, ਵਿਦਾਊਟ ਐਨੀ ਗੈਪ। ਉਹ ਹਸਤੀ ਬਿਨਾਂ ਕਿਸੇ ਵਿਥ ਵਿਤਕਰੇ ਤੋਂ ਮੌਜੂਦ ਹੈ। ਉਹ ਇੱਕ ਰਸ, ਐਕੂਰੇਟਲੀ ਇੱਕੋ ਜਿਹੀ, ਨਾ ਘੱਟ ਨਾ ਵੱਧ। ਕੋਈ ਇਹ ਨਹੀਂ ਕਹਿ ਸਕਦਾ ਇੱਥੇ ਰੱਬ ਜ਼ਿਆਦਾ ਆ, ਕੋਈ ਇਹ ਵੀ ਨਹੀਂ ਕਹਿ ਸਕਦਾ ਇੱਥੇ ਰੱਬ ਘੱਟ ਹੈ। ਇੱਕ ਰੂਪਤਾ ਦੇ ਨਾਲ ਉਹ ਬਿਰਾਜਿਤ ਹੈ। ਫਿਰ ਕਾਰ ਕੰਟੀਨਿਊਸਲੀ, ਉਹਦਾ ਕੰਟੀਨਮ ਜਿਹੜਾ ਆ, ਲਗਾਤਾਰਤਾ ਜਿਹੜੀ ਉਹ ਟੁੱਟਦੀ ਨਹੀਂ। ਉਹ ਕਾਲ ਭੇਦੀ ਹੈ, ਭਾਵ ਕਾਲ ਤੋਂ ਪਰੇ ਅਕਾਲ ਹੈ। ਉਹ ਬਿਯੋਂਡ ਟਾਈਮ ਹੈ। ਟਾਈਮ ਦੀ ਉਹਦੇ 'ਤੇ ਕੋਈ ਲਿਮਿਟ ਨਹੀਂ ਹੈ। ਸੋ ਜੋ ਸਰਵਸਵ
ਜ਼ਰਰੇ ਜ਼ਰਰੇ 'ਚ ਜ਼ਰਖੇਜ਼ ਹੋ ਕੇ ਬੈਠਾ ਆ, ਜਿਹੜਾ ਓਮਨੀ ਪ੍ਰੈਜ਼ੈਂਟ ਆ, ਜਿਹੜਾ ਓਂਕਾਰ ਆ, ਵਿਥਿਕ ਰਸ ਲਗਾਤਾਰਤਾ ਨਾਲ ਵਿਆਪ ਰਿਹਾ ਹੈ। ਇਹੋ ਜਿਹੇ ਅਕਾਲ ਪੁਰਖ ਵਾਹਿਗੁਰੂ ਨੂੰ ਤਾਰਕਿਕ ਲੋਕ ਜਿਹੜੇ ਰੈਸ਼ਨਲਿਸਟ ਹੁੰਦੇ ਨੇ, ਉਹ ਕਈ ਵਾਰੀ ਕਹਿੰਦੇ ਨੇ ਇਹ ਬਲੀਵਰ ਕਿਹੋ ਜਿਹੀਆਂ ਗੱਲਾਂ ਕਰਦੇ ਨੇ। ਇੱਕ ਪਾਸੇ ਤੇ ਕਹਿੰਦੇ ਨੇ ਰੱਬ ਓਮਨੀ ਪ੍ਰੈਜ਼ੈਂਟ ਹੈ, ਥਾਂ ਥਾਂ 'ਤੇ ਮੌਜੂਦ ਆ। ਦੂਜੇ ਪਾਸੇ ਕਹਿੰਦੇ ਨੇ ਉਹਦਾ ਸਿਮਰਨ ਕਰੋ, ਉਹਨੂੰ ਯਾਦ ਕਰੋ, ਉਹਦਾ ਨਾਮ ਜਪੋ। ਵਾਈ ਦਿਸ ਕੰਟਰਾਡਿਕਸ਼ਨ? ਇਫ ਦੇ ਬਲੀਵ ਰੱਬ ਜੀ ਇਜ਼ ਐਵਰੀਵੇਅਰ, ਓਮਨੀ ਪ੍ਰੈਜ਼ੈਂਟ, then why should bother to do these things? ਹੁਣ ਇਹਦੇ ਬਾਬਤ ਇਹ ਹੈ, ਜੋ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਬਿਲਕੁਲ ਆਧਾਰ ਬਣਾ ਕੇ ਅਸੀਂ ਚੀਜ਼ਾਂ ਨੂੰ ਸਮਝਦੇ ਹਾਂ, ਤੇ ਪਤਾ ਇਹ ਲੱਗਦਾ ਹੈ, ਗੁਰੂ ਬਾਬਾ ਜੀ ਬਿਆਨ ਕਰਦੇ ਨੇ ਕਿ ਰੱਬ ਜੀ ਉਸ ਤੋਂ ਅਸੀਂ ਦੂਰ ਹੋ ਹੀ ਨਹੀਂ ਸਕਦੇ। ਉਹ ਤੇ ਹਰ ਵਕਤ ਹਰ ਥਾਂ 'ਤੇ ਮੌਜੂਦ ਆ। ਲਿਟਰਲੀ ਤੌਰ 'ਤੇ we can read some ਬਾਣੀ from Guru Granth Sahib Maharaj, where Maharaj is saying, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭ ਹੀ ਗੋਬਿੰਦ ਹੈ, ਸਭ ਉਹਦਾ ਹੀ ਰੂਪ ਆ, ਸਭ ਉਹ ਹੀ ਮੌਜੂਦ ਹੈ ਚਾਰ ਚੁਫੇਰੇ। ਫਿਰ ਕਿਹਾ ਗਿਆ ਜੇ ਉਹੀ ਮੌਜੂਦ ਆ, ਉਹਦੀ ਹੀ ਹਸਤੀ ਹੈ ਚਾਰ ਚੁਫੇਰੇ, ਉਹਨੇ ਰੂਪ ਵਟਾਇਆ। ਬੀਤੇ ਕੱਲ੍ਹ ਵੀ ਅਸੀਂ ਸਵੇਰ ਦੇ ਸਮੇਂ ਬਾਤ ਕਰ ਰਹੇ ਸੀਗੇ। ਫਿਰ ਸਿਮਰਨ ਕਿਉਂ ਆ? ਫਿਰ why do we have to participate in devotional exercises? ਉਹਦਾ ਜਿਹੜਾ ਵੱਡਾ ਬਾਣੀ 'ਚ ਜਵਾਬ ਆ ਰਿਹਾ ਹੈ, ਉਹ ਹੈ ਕਿ ਰੱਬ ਹਰ ਥਾਂ 'ਤੇ ਮੌਜੂਦ ਆ, ਜ਼ਰਰੇ ਜ਼ਰਰੇ 'ਚ ਜ਼ਰਖੇਜ਼ ਆ। ਪਰ ਹਾਂ, ਜਿਹੜੀ ਸਾਡੀ ਚੇਤਨਤਾ ਆ, ਜਿਹਨੂੰ ਅਸੀਂ ਕਹਿ ਲਈਏ ਸਾਡੀ ਕੌਨਸ਼ੀਅਸ, ਉਹਦੇ 'ਚ ਉਹਦੀ ਮੌਜੂਦਗੀ ਨਹੀਂ ਹੈ। We totally forget that Almighty is everywhere. We are not aware about it. ਜਿਹਨੂੰ ਇਸ ਤਰ੍ਹਾਂ ਬਿਆਨ ਕੀਤਾ ਜਾਂਦਾ ਹੈ ਕਿ ਮੱਛੀ ਪਾਣੀ 'ਚ ਰਹਿੰਦੀ ਹੈ, ਪਾਣੀ ਉਹਦਾ ਜੀਵਨ ਹੈ, ਪਾਣੀ 'ਚ ਉਹ ਖੇਡਦੀ ਹੈ ਸਭ ਕੁਛ, ਪਰ ਉਹ ਪਾਣੀ ਦੇ ਬਾਰੇ ਨਹੀਂ ਜਾਣਦੀ, ਪਾਣੀ ਬਾਰੇ ਅਵੇਅਰ ਨਹੀਂ। ਉਹਨਾਂ ਨੂੰ ਇਹ ਵੀ ਨਹੀਂ ਮਹਿਸੂਸ ਹੁੰਦਾ ਕਿ ਪਾਣੀ ਹੁੰਦਾ ਕੀ ਹੈ। ਐਕਚੁਅਲੀ ਸਾਡੀ ਬਿਲਕੁਲ ਉਸੇ ਕਿਸਮ ਦੀ ਮਾਇਆ ਹੈ। ਅਸੀਂ ਇਸ ਸਾਰੀ ਕਾਇਨਾਤ ਦੇ ਵਿੱਚ ਉਹਦੀ ਹੋਂਦ ਨੂੰ, ਉਹਦੀ ਹਸਤੀ ਨੂੰ ਹੀ ਮਾਣ ਰਹੇ ਹਾਂ, ਪਰ ਸੁਰਤ ਦੇ ਲੈਵਲ 'ਤੇ, ਕੌਨਸ਼ੀਅਸ ਲੈਵਲ 'ਤੇ ਵੀ ਆਰ ਟੋਟਲੀ ਨਾਟ ਅਵੇਅਰ ਅਬਾਊਟ ਇਟ। ਇਹ ਜਿਹੜੀ ਤਰਾਸਦੀ ਹੈ, ਜਿਹਨੂੰ ਗੁਰੂ ਬਾਬਾ ਜੀ ਨੇ ਕਿਹਾ ਸੀਗਾ ਕਿ ਕਿਆ ਹਾਲਤ ਹੈ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਕਿੱਥੇ ਨਹੀਂ ਹੈ ਉਹ? ਜਲ ਵਿੱਚ, ਥਲ ਵਿੱਚ, ਵਣਾ ਵਿੱਚ, ਹਰ ਇੱਕ ਇੱਕ ਜ਼ਰਰੇ, ਇੱਕ ਪੱਤੇ 'ਚ ਮੌਜੂਦ ਆ ਉਹ। ਸੋ ਪ੍ਰਭ ਚਿਤ ਨਾ ਆਵਈ, ਬੰਦੇ ਦੇ ਚੇਤੇ 'ਚ ਹੀ ਨਹੀਂ ਹੈ। ਕਿਤੜਾ ਦੁੱਖ ਗਣਾ, ਕਿੱਡਾ ਵੱਡਾ ਦੁੱਖ ਆ, ਗਿਣਤੀ ਨਹੀਂ ਹੋ ਸਕਦੀ ਇਹਦੀ। ਇਹਨੂੰ ਆਪਾਂ ਮੈਜਰ ਵੀ ਨਹੀਂ ਕਰ ਸਕਦੇ ਕਿ ਕੋਈ ਚੀਜ਼ ਇਤਨੀ ਹਰ ਲੈਵਲ 'ਤੇ ਮੌਜੂਦ ਹੋਏ, ਓਮਨੀ ਪ੍ਰੈਜ਼ੈਂਟ ਹੋਏ, ਅਸੀਂ ਉਸ ਨੂੰ ਮਾਣ ਹੀ ਨਹੀਂ ਪਾ ਰਹੇ। ਆਹ ਦੁੱਖ ਹੈ ਸਾਡਾ, ਇਹ ਵੇਦਨਾ ਹੈ ਸਾਡੀ, ਇਹ ਪੀੜਾ ਆ। ਬੰਦੇ ਦੀ ਸੁਰਤ ਕੁਝ ਐਸਾ ਪਾਠ ਪੜ੍ਹ ਗਈ ਹੈ, ਕੁਝ ਐਸੇ ਪਾਠ 'ਚ ਆਪਣੇ ਆਪ ਨੂੰ ਲਗਾ ਬੈਠੀ ਹੈ ਕਿ ਉਹ ਸਭ ਕੁਝ ਮੌਜੂਦ ਹੁੰਦੇ ਆ, ਸਭ ਥਾਂ 'ਤੇ ਉਹਦੀ ਮੌਜੂਦਗੀ ਹੁੰਦੇ ਆ। ਸਾਨੂੰ ਉਹ ਨਾ ਦਿਸਦਾ ਹੈ, ਨਾ ਭਾਸਦਾ ਹੈ, ਨਾ ਸੁਣਦਾ ਹੈ, ਨਾ ਕੁਛ। ਇੱਥੇ ਫਿਰ ਸਿਮਰਨ ਆਉਂਦਾ ਆ, ਇੱਥੇ ਫਿਰ ਵਾਰ-ਵਾਰ ਰੈਪੀਟੀਸ਼ਨ ਆਉਂਦੀ ਹੈ, ਦੱਸਣਾ ਆਪਣੇ ਆਪ ਨੂੰ, ਅਹਿਸਾਸਣਾ ਮੈਂ ਕੌਣ ਹਾਂ, ਹੂ ਐਮ ਆਈ, ਮੇਰੀ ਹਸਤੀ ਕੀ ਹੈ। ਫਿਰ ਉਹਦੇ ਵਿੱਚੋਂ ਹੀ ਮੈਂ ਡੀਲ ਕਿਵੇਂ ਕਰਨਾ ਆਪਣੇ ਆਪ ਨਾਲ, ਆਪਣੇ ਆਲੇ ਦੁਆਲੇ ਨਾਲ, ਕਿਉਂਕਿ ਸਾਡੀ ਡੀਲਿੰਗ ਜਿਹੜੀ ਉਹ ਖਰਾਬ ਹੋ ਰਹੀ ਹੈ। ਵੀ ਆਰ ਨੋਟ ਏਬਲ ਟੂ ਡੀਲ ਪ੍ਰੋਪਰਲੀ ਟੂਵਰਡ ਆਵਰਸੈਲਵਸ। ਇਸੇ ਕਰਕੇ ਸਭ ਬਿਮਾਰੀਆਂ, ਅਲਾਮਤਾਂ, ਮੁਸ਼ਕਿਲਾਂ, ਤਕਲੀਫਾਂ ਆ ਰਹੀਆਂ ਨੇ। ਬੰਦੇ ਨੂੰ ਇਹ ਨਹੀਂ ਪਤਾ ਮੈਂ ਕੌਣ ਹਾਂ, ਮੈਂ ਮੇਰੇ ਲਈ ਕੀ ਵਾਜਬ ਆ, ਕੀ ਕਰਨਾ ਸੋਭਦਾ ਆ ਮੈਨੂੰ, ਇਹੀ ਧਰਮ ਹੈ। ਇਹਨੂੰ ਗੁਰੂ ਬਾਬਾ ਜੀ ਨੇ ਕਿਹਾ ਸੀਗਾ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧਾ ਤਨ ਪੀੜੀ ਹੈ, ਮਨ ਮੈਂ ਚੱਲਾ ਵਿਕਾਰ। ਇਹੀ ਨਹੀਂ ਪਤਾ। ਇਹਦਾ ਸਿਮਰਨ ਹੋਏਗਾ, ਵਾਰ-ਵਾਰ ਅਹਿਸਾਸ ਹੋਏਗਾ, ਯਾਦ ਆਏਗਾ,
मैं कित्थों बिलोंग करदा, मैं की चीज़ आ, मैनू की खाना पाना रहना सौना सब वे ऑफ लाइफ इत्थों रिफ्लैक्ट करेगी। इसलिए सिमरन रैपीटिशन कुछ चीज़ां अपने आप नू दोहरा दोहरा के दसनियां, ये है एक्चुअल लैवल ते सिमरन का कॉन्सैप्ट। गुरु बाबा जी ने बयान किया, वो मना एहसास कर, मन तू जोत स्वरूप है, अपना मूल पछाण। मना तू जोत रूप है, यू बिलोंग फ्रॉम डिवाइन लाइट, ऑलमाइटी अकाल पुरख वाहिगुरू। अपने आप को अंडरस्टिमेट ना कर, अपने आप को सही रूप में पहचान। मन तू जोत स्वरूप है, अपना मूल पछाण। मन हर जी तेरे नाल है, जिस हर की बात हो रही है वो तेरे अंग संग है, तेरे नाल है। जो तेरे अंग संग है, तेरे नाल है, तो फिर उन्होंने तेनों विसारना तो नहीं चाहिए। पर गुरु बाबा जी कहते हर बिसरत विसर गया, ख्याल ही नहीं आया मैं कौन हाँ, मेरा आला दवाला की है। ये सारी चीज़ एक सूत्र च परोई हुई है सब उस रूप के अंदर। हर बिसरत ये विसारिया नहीं, सदा खुआरी, सदा ही खुआर। खुआर होना एक तरह के नाल जो बंदा सपोज गुमराह हो जाए, वैन समवन इज टोटली लॉस्ट, दैट इज खुआर। तो लॉस्ट जो हो जाता बंदा, तो किसी लैवल पर देख लवो, तुसी किते जा रहे सी कि लॉस्ट हो गए, कैसी हालत होएगी। तो कई बार तो बंदा लॉस्ट होंदा आ ड्यू टू सम very actually minor reasons, and sometimes people get lost due to very massive distraction, such as in Guru Granth Sahib Maharaj Baba Ji saying, बार विडानड़े हुम्मस धुम्मस कूकां पईयां राही। हुण जिहड़ा गवाचा आ, ये जो खुआरी हुण होनी है, वो है कि एक बड़ा वड्डा जंगल आ, उस जंगल दे विच अग लग गई है, ते उस अग दियां लपटां ते उहदे नाल हुम्मस थुम्मस धुआं इतना ज़्यादा आ, ना अखां खुलदियां ने, ना साह आउंदा आ, ना पता ही लगदा आ कित्थे आ। बंदे दी हालत एग्जैक्टली ये है, इहदी खुआरी दी दशा ये है। एक ऐसे सैल्फ क्रिएटिड नैट दे विच, जिन्हों असीं मैंटल हैल्थ कह रहे हैं अजकल, जिन्हों असीं कह रहे हैं बंदा मानसिक तौर पर बीमार है, परेशान है, दिक्कतां ने सारियां। एक्चुअली है की है, एक ऐसी दुनिया, एक ऐसा हुम्मस धुम्मस आ जिहदे सब कुछ ही भुल गया। इन्होंने राह दिसदा आ, ना इन्हूं तुरना पता लगता आ, ना बस कूकां पईयां राही कूक रहा, रो रहा, कुरला रहा, पुकार रहा, तो पुकारां कई लैवल ते हो रही हैं। ये है खुआरी। इस खुआरी नूं उन्नी देर तक बंदा बाहर नहीं आ सकता जिन्नी देर तक सैल्फ रिलाइजेशन नहीं होंदी, जिन्नी देर तक ये पता नहीं लगता कि ये जिहड़ा सारा जिस जंगल दे विच मैं तुरिया फिरदा आ, जिहड़ी वकारां दी अगन मैं अपने आले दुआले बाल लई है, जिहदे विच मैं घिर गया वां आप ही, ये जिहड़ी अलामत आ सारे दी सारी, ये मैनूं किते नहीं लैके जाएगी। इसलिए सारा सिमरन सैल्फ एनालिसिस है, सारा सिमरन सैल्फ एनालॉजी है, सारा सिमरन सैल्फ रिफ्लैक्शन है, सारा सिमरन हरी नूं याद करदियां करदियां अपने आपे दी दुरुस्तगी है, अपने आपे दी संभाल आ। ये है, ये चीज़ नहीं करांगे। अज लोग सैल्फ केयर की बड़ी गल करते, यू नो, इफ वी रियली वांट टू live healthy, if we really want to enjoy family life, if we really want to enjoy anything in this world, we have to have self-care. हुण ये self care कल्ली फिजिकल केयर की गल नहीं हो रही, सब तो वड्डी self care है अपने आप की spiritual care, mentally care, mental care अपनी, जिहदे बारे लोग कहते हैं कि कई बार बड़ियां टर्मिनोलॉजीज अजकल यूज़ कीतियां जांदियां ने भी, आर यू टेकिंग योर मैड्स। कोई बंदा कहता नो, वाई आई एम नॉट ऑन एनी मेडिसिन, दैट्स वाई वुड आई टेक माई मैड्स। वो कहते नो नो नो, ट्राई टू अंडरस्टैंड वट डज मैड्स मीन एग्जैक्टली। ये जिहड़ा M स्टैंड फॉर मैडिटेशन,
ਆਰ ਯੂ ਡੂਇੰਗ ਇਟ? ਸਿਮਰਨ ਕਰ ਰਹੇ ਹੈ, ਭਜਨ ਬੰਦਗੀ ਹੋ ਰਹੀ ਹੈ, ਕੁਝ ਸਮਾਂ ਇੱਧਰ ਡਿਵੋਟ ਕੀਤਾ ਕਿ ਨਹੀਂ ਕੀਤਾ? ਜੇ ਨਹੀਂ ਕੀਤਾ ਅੱਜ ਹੀ ਕਰ। ਪਹਿਲੀ ਚੀਜ਼ ਜਿਹੜੀ ਹੈ ਇਹ ਹੈ, ਕਹਿੰਦੇ ਨੇ ਮੈਡੀਟੇਸ਼ਨ, ਮੈਟਸ ਦੇ ਵਿੱਚ ਐਮ ਤੋਂ ਇੱਥੋਂ ਸਟੈਂਡ ਕਰਦਾ ਹੈ। ਈ ਫॉर ਐਕਸਰਸਾਈਜ਼। ਆਰ ਯੂ ਡੂਇੰਗ ਸਮ ਕਾਈਂਡ ਆਫ ਐਕਸਰਸਾਈਜ਼? ਵਾਕ ਕਰਦਾ ਆ, ਥੋੜ੍ਹਾ ਬਹੁਤਾ ਭੱਜ ਨੱਠ ਕਰਦਾ ਆ, ਹੋਰ ਕੁਛ ਨਹੀਂ, ਹੋਮ ਚੋਰਸ ਕਰਦੇ ਕੰਮ, ਫਿਜ਼ੀਕਲੀ ਐਕਟਿਵ ਹੈਗਾ ਆ, ਇਹ ਸਭ ਚੀਜ਼ਾਂ ਕਰ ਰਿਹਾ ਆ, ਮੈਡੀਟੇਸ਼ਨ ਹੋ ਰਿਹਾ ਹੈ, ਐਕਸਰਸਾਈਜ਼ ਹੋ ਰਹੀ ਹੈ। ਡੀ ਸਟੈਂਡ ਫॉर ਡਾइट। ਆਰ ਯੂ ਅਵੇਅਰ ਅਬਾਊਟ ਯੋਰ ਡਾइट? ਵਟ ਆਰ ਯੂ ਈਟਿੰਗ? ਐਸਾ ਤਾਂ ਨਹੀਂ ਇਹੋ ਜਿਹੀਆਂ ਚੀਜ਼ਾਂ ਖਾ ਰਹੇ ਹਾਂ ਜਿਹਦੇ ਨਾਲ ਸਭ ਜਿਹੜਾ ਹੈਗਾ ਬਿਮਾਰੀਆਂ ਤੇ ਰੋਗ ਤੋਂ ਬਿਨਾਂ ਕੁਛ ਮਿਲੇ ਹੀ ਨਾ ਤੈਨੂੰ। ਤੇ ਫਿਰ ਇਕੱਲਾ ਹੀ ਨਹੀਂ, ਬੰਦੇ ਨੇ ਮੈਡੀਟੇਸ਼ਨ ਕੀਤਾ ਹੈ, ਐਕਸਰਸਾਈਜ਼ ਕੀਤੀ ਹੈ, ਡਾइट ਤੇ ਧਿਆਨ ਦਿੱਤਾ ਹੈ। ਐਸ ਸਟੈਂਡਸ ਫॉर ਸਲੀਪ। ਆਰ ਯੂ ਏਬਲ ਟੂ ਸਲੀਪ ਪ੍ਰੋਪਰਲੀ? ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ? ਜਦੋਂ ਤੁਸੀਂ ਅਸਲ ਸ਼ਾਮ ਦੀ ਮੂਰਤੀ, ਕਰਤਾਰ ਦੀ ਗੱਲ ਹੋ ਰਹੀ ਹੈ ਇਹਦੇ 'ਚ, ਉਹਨੂੰ ਵਿਸਾਰ ਦਿਓਗੇ ਤੇ ਮਤ ਜਾਣੋ ਕਿ ਦਿਨ ਦਾ ਚੈਨ ਜਾਏਗਾ, ਰਾਤ ਦੀ ਨੀਂਦ ਵੀ ਜਾਏਗੀ। ਨੋ, ਫੋਰਗੇਟ ਅਬਾਊਟ ਇਟ, ਯੂ ਕੈਨ ਐਕਚੁਅਲੀ ਇੰਜੋਏ ਯੋਰ ਸਲੀਪ ਨਾ। ਅੱਜ ਸਾਡੇ ਨਾਰਥ ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪੈਂਡੈਮਿਕ ਤੇ ਕਰੋਨਾ ਵਾਇਰਸ ਤੇ ਰੀਸੈਂਟਲੀ ਹੈ ਨਾ, ਐਕਚੁਅਲੀ ਐਪੀਡੈਮਿਕ ਜਿਹੜੀ ਚੱਲ ਰਹੀ ਹੈ, ਦੈਟ ਇਜ਼ ਸਲੀਪਿੰਗ ਡਿਸਆਰਡਰ। ਪੀਪਲ ਆਰ ਨੋਟ ਏਬਲ ਟੂ ਸਲੀਪ ਪ੍ਰੋਪਰਲੀ ਐਂਡ ਡਿਊ ਟੂ ਦੈਟ ਰੀਜ਼ਨ they are actually getting so many other issues. ਮੈਂਟਲ ਹੈਲਥ ਦੀ ਸਭ ਤੋਂ ਵੱਡੀ ਅਲਾਮਤ ਇਹ ਆ ਰਹੀ ਹੈ, ਬੰਦੇ ਨੂੰ ਨੀਂਦ ਨਹੀਂ ਪ੍ਰੋਪਰ ਆ ਰਹੀ, ਉਹਦੀ ਜਿਹੜੀ ਅੰਦਰ ਦੀ ਕੋਗਨੀਸ਼ਨ ਫੰਕਸ਼ਨਿੰਗ ਆ, ਜਿਹੜੀ ਇਨਫੋਰਮੇਸ਼ਨ ਜਿਸ ਤਰੀਕੇ ਨਾਲ ਉਹਨੇ ਪਰਸੀਵ ਕਰਨੀ ਹੈ, ਪ੍ਰੋਸੈਸ ਕਰਨੀ ਹੈ, ਮੈਨੀਫੈਸਟ ਕਰਨੀ ਹੈ, ਦੈਟ ਇਜ਼ ਨੋਟ ਹੈਪਨਿੰਗ ਇਨ ਪ੍ਰੋਪਰ ਵੇ। ਹੁੰਦਾ ਕਿ ਗੱਲ ਛੋਟੀ ਜਿਹੀ ਹੁੰਦੀ ਹੈ, ਜੇ ਮੈਂ ਇਹਨੂੰ ਐਗਜ਼ਾਮਪਲ ਰੂਪ ਵਿੱਚ ਦੇਵਾਂ, ਹਸਬੈਂਡ ਨੇ ਇੱਕ ਮੈਸੇਜ ਸੋਸ਼ਲ ਮੀਡੀਆ 'ਤੇ ਕੋਈ ਪੜ੍ਹਿਆ, ਉਹ ਪੜ੍ਹ ਕੇ ਵਾਈਫ ਨੂੰ ਫੋਲੋ ਕਰਤਾ, ਵਾਈਫ ਨੂੰ ਐਕਚੁਅਲੀ ਫਾਰਵਰਡ ਕਰਤਾ। ਜਦੋਂ ਫਾਰਵਰਡ ਕਰਤਾ ਤੇ ਵਾਈਫ ਨੇ ਮੈਸੇਜ ਪੜ੍ਹਿਆ, ਕੋਈ ਬਾਈ ਚਾਂਸ ਸਵੇਰੇ ਗੱਲ ਹੋਈ ਹੋਣੀ ਕੋਈ ਛੋਟੀ ਮੋਟੀ ਕਿਸੇ ਗੱਲ ਤੋਂ, ਉਹਨੇ ਮੈਸੇਜ ਪੜ੍ਹਿਆ, ਉਹਨੇ ਕਿਹਾ ਅੱਛਾ ਇਹ ਇਨਡਾਇਰੈਕਟਲੀ ਮੈਨੂੰ ਮਿਰਰ ਕਰ ਰਿਹਾ ਹੈਗਾ, ਮੈਨੂੰ ਤੰਗ ਕਰ ਰਿਹਾ, ਮੈਨੂੰ ਇਸ ਤਰੀਕੇ ਨਾਲ ਕਹਿ ਰਿਹਾ। ਕੋਈ ਗੱਲ ਨਹੀਂ, ਮਿਹਨਤ ਕੀਤੀ, ਥੋੜ੍ਹੀ ਮਿਹਨਤ ਕਰਕੇ ਉਸ ਤੋਂ ਇੱਕ ਖਤਰਨਾਕ ਮੈਸੇਜ ਹੋਰ ਲੱਭ ਕੇ ਲਿਆਂਦਾ, ਉਹਨੂੰ ਬੈਕ ਫਾਰਵਰਡ ਕੀਤਾ, ਆ ਫੜ। ਉਹਨੇ ਕਿਹਾ ਅੱਛਾ ਕਮਾਲ ਹੋ ਗਈ, ਮੈਂ ਤੇ ਮਾੜੀ ਜੀ ਗੱਲ ਕੀਤੀ, ਇਹਨੇ ਡਬਲ ਕਰਤੀ, ਆਪਾਂ ਇਹਨੂੰ ਟ੍ਰਿਪਲ ਕਰ ਦਿਆਂਗੇ, ਇਹ 'ਚ ਕਿਹੜੀ ਗੱਲ ਆ। ਲਓ ਜੀ ਕੰਮ ਸ਼ੁਰੂ ਹੋ ਗਿਆ। ਹੁਣ ਇਹ ਸਾਰੀ ਅਲਾਮਤ ਕੀ ਹੈ ਅਸਲ ਦੇ ਵਿੱਚ? ਮੁੜ ਕੇ ਮੈਨੂੰ ਬਾਤ ਕੀਤੀ, ਕਹਿਣ ਕਿ ਆਹ ਗੱਲ ਸਵੇਰੇ ਸ਼ੁਰੂ ਹੋਈ ਤੇ ਸ਼ਾਮ ਤੱਕ ਤੇ ਬਸ ਪੂਰੇ ਦਾ ਪੂਰਾ ਮੁਫਾਦ ਅੰਦਰ ਫਟ ਗਿਆ ਸਭ ਇਸ ਰੂਪ ਦੇ ਵਿੱਚ। ਬੰਦਾ ਐਕਚੁਅਲੀ ਟਰੈਕ ਤੋਂ ਮਾੜਾ ਜਿਹਾ ਉਖੜਿਆ ਨਹੀਂ ਤੇ ਖੁਆਰੀ ਤੇ ਬਸ ਔਨ ਦਾ ਵੇ ਹੈ। ਇਸ ਕਰਕੇ ਜਿਹੜੀ ਮੈਂ ਬੇਨਤੀ ਕਰ ਰਿਹਾ ਸੀਗਾ ਕਿ ਸਲੀਪਿੰਗ, ਆਰਾਮਦਾਈ, ਆਰਾਮ ਕਰਨਾ ਆਪਣੇ ਆਪ ਸਰੀਰ ਦਾ, ਬ੍ਰੇਨ ਦਾ, ਆਪਣੀ ਦਿਮਾਗੀ ਤਵਾਜ਼ਨ ਨੂੰ ਠੀਕ ਕਰਨ ਵਾਸਤੇ ਕਿੰਨਾ ਜ਼ਰੂਰੀ ਹੈ ਮੈਟਸ। ਸੋ ਸਾਰਾ ਕੁਝ ਇਹ ਭਗਤੀ ਹੈ, ਇਹ ਬੰਦਗੀ ਹੈ, ਇਹ ਇਬਾਦਤ ਹੈ। ਸਿੱਖੀ 'ਚ ਜਿਉਣਾ ਇਬਾਦਤ ਹੈ, ਇੱਥੇ ਪ੍ਰੋਪਰਲੀ ਜੀ ਸਕਣਾ, ਕਿਉਂਕਿ ਜਿਹੜਾ ਰੱਬ ਆ ਇਹ ਜੀਵਨ ਦਾ ਦੂਜਾ ਨਾਂ ਆ। ਜੀਵਨੋ ਮੈਂ ਜੀਵਨ ਪਾਇਆ, ਜਿਹੜਾ ਜੀਵਨ ਪਾਇਆ ਨਾ ਇਹੀ ਰਾਮ ਹੈ। ਸਭ ਕਹਿੰਦੇ ਜਿਹੜਾ ਬੰਦਾ ਹਰੀ ਨੂੰ ਵਿਸਾਰੇਗਾ, ਰਾਮ ਨੂੰ ਵਿਸਾਰੇਗਾ, ਅਸਲ ਦੇ ਵਿੱਚ ਜੀਵਨ ਜਿਉਣ ਨੂੰ ਵਿਸਾਰੇਗਾ। ਤੇ ਜਦੋਂ ਜੀਵਨ ਜਿਉਣ ਨੂੰ ਵਿਸਾਰ ਦਿਓਗੇ ਫਿਰ ਤੇ ਖੁਆਰੀ ਹੈ, ਜਿਹਨੂੰ ਇਹ ਨਹੀਂ ਪਤਾ ਧਰਤੀ ਦੇ ਉੱਤੇ ਕਿਹੜੀ ਚੀਜ਼ ਪਰਸੀਵ ਕਰਨੀ ਹੈ, ਕਿਹੜੀ ਚੀਜ਼ ਰਿਜੈਕਟ ਕਰਨੀ ਹੈ। ਯੂ ਨੋ ਦੇਰ lots of information, lots of things are happening in our surroundings, but what to perceive? ਤੁਸੀਂ ਜੋ ਦੁਨੀਆ ਭਰ ਦਾ ਗਾਰਬੇਜ, ਜੋ ਚੀਜ਼ਾਂ ਨੇ ਆਪਣੇ ਦਿਮਾਗ 'ਚ ਪਾਈ ਜਾਓਗੇ, ਹੋਏਗਾ ਕਿ ਬਹੁਤ ਕਮਾਲ ਦੀ ਨਜ਼ਮ ਹੈ ਭਾਈ ਵੀਰ ਸਿੰਘ ਜੀ ਦੀ, ਸ਼ਾਇਦ ਪਕੜ 'ਚ ਆ ਸਕੇ। ਉਹ ਇੱਕ ਬੜਾ ਸੁੰਦਰ ਟੁਕੜਾ ਲਿਖਦੇ, ਉਹ ਕਹਿੰਦੇ ਕਿ ਬੰਦੇ ਤੇਰੀ ਹਾਲਤ ਕੀ ਹੈ। ਜਿਹੜਾ ਮੱਥਾ ਟੇਕਣਾ ਨਾ, ਅਸੀਂ ਗੁਰਦੁਆਰੇ ਆ ਕੇ ਸਿਰ ਰੱਖਦੇ ਹਾਂ, ਇਟਸ ਨੋਟ ਏ ਸਮਾਲ ਥਿੰਗ ਐਂਡ ਇਟਸ ਨੋਟ ਜਸਟ ਏ ਸਿੰਬੋਲਿਕ ਥਿੰਗ ਟੂ, ਇਟਸ ਏ ਵੈਰੀ ਮੀਨਿੰਗਫੁਲ ਐਕਟ if we are aware about it.
If we are not aware, then doesn't matter. Who care about it? But if we try to pay attention, why we are bowing our head in front of our scripture? Because we are not worshippers. ਪੂਜਾ ਦਾ ਤਾਂ ਸਾਡੇ ਘਰ ਕਨਸੈਪਟ ਹੀ ਨਹੀਂ ਹੈਗਾ ਕੋਈ। ਪੂਜਾ ਤੇ ਅਕਾਲ ਦੀ ਆ, ਉਹ ਤੇ ਕੋਈ ਕਰ ਹੀ ਨਹੀਂ ਸਕਦਾ। ਅਕਾਲ ਤੇ ਨਾ ਦਿਸਦਾ ਹੈ, ਨਾ ਉਹ ਪੂਜਿਆ ਜਾ ਸਕਦਾ ਹੈ। ਇੱਥੇ ਤੇ ਕੋਈ ਆਰਤੀ ਨਹੀਂ ਹੋ ਸਕਦੀ, ਕਿਉਂਕਿ ਆਰਤੀ ਤੇ ਸਾਰੀ ਕਾਇਨਾਤ ਕਰ ਰਹੀ ਹੈ ਉਹਦੀ। ਫਿਰ ਇਹ ਕੀ ਗੱਲ ਆ, ਵਟ ਕਾਈਂਡ ਆਫ ਐਕਟ ਇਜ਼ ਇਟ? ਭਾਈ ਸਾਹਿਬ ਦੀ ਨਜ਼ਮ ਦਾ ਟੁਕੜਾ ਮੈਂ ਕਹਿਣ ਲੱਗਾ ਸੀਗਾ, ਉਹ ਕਹਿੰਦੇ ਸਿਰ ਕਚਕੋਲ ਬਣਾ ਹੱਥ ਲਿੱਤਾ ਪੜਿਆਂ ਦੁਆਰੇ ਫਿਰਿਆ। ਬੰਦਾ ਜਿੰਨਾ ਇਹ ਕਲੇਮ ਕਰਦਾ ਨਾ ਕਿ ਆਈ ਨੋ ਐਵਰੀਥਿੰਗ, ਯੂ ਡੋਂਟ ਹੈਵ ਟੂ ਟੈਲ ਮੀ, ਆਈ ਐਮ ਵੈਰੀ ਸਮਾਰਟ ਪਰਸਨ, ਆਈ ਐਮ ਵੈਰੀ ਇੰਟੈਲੀਜੈਂਟ ਪਰਸਨ। ਉਹ ਕਹਿੰਦੇ ਨੇ ਕਿ ਜਿਹੜੀ ਸਮਾਰਟਨੈਸ ਆ, ਜਿਹੜੀ ਕਲੈਵਰਨੈਸ ਹੈ, ਮਾਰਦੀ ਬੰਦੇ ਨੂੰ। ਇਹ ਬੰਦੇ ਦੀ ਸਭ ਤੋਂ ਵੱਡੀ ਅਲਾਮਤ ਹੈ, ਇਹਨੂੰ ਸਿੱਖ ਨਹੀਂ ਬਣਨ ਦਿੰਦੀ, ਲਰਨਰ ਨਹੀਂ ਬਣਨ ਦਿੰਦੀ, seeker of proper information, seeker of real meaningful things। ਬੰਦਾ ਉਹਦੇ ਤੱਕ ਰੀਚ ਹੀ ਨਹੀਂ ਕਰਦਾ। ਬੰਦਾ tried not to actually go toward that side। ਸੋ ਇਹ ਜਿਹੜੀ ਕਲੈਵਰਨੈਸ ਆ, ਇਹ ਬੰਦੇ ਨੂੰ, ਤੇ ਇਹ ਫਿਰ ਬੰਦਾ ਕਰਦਾ, ਕਹਿੰਦਾ ਕੋਈ ਨਾ, ਮੈਂ ਇੱਧਰੋਂ ਉੱਧਰੋਂ ਚੀਜ਼ਾਂ ਪਿਕ ਕਰ ਲੈਣੀਆਂ ਆਪਣੀ ਮਰਜ਼ੀ ਦੇ ਨਾਲ, ਐਂਡ ਦੈਨ ਆਈ ਐਮ ਗੋਨਾ ਬੀ ਫਾਈਨ। I will live my life according to my own style and my own actually needs। ਭਾਈ ਸਾਹਿਬ ਕਹਿੰਦੇ ਹਾਂ, ਸਿਰ ਕਚਕੋਲ ਬਣਾ ਹੱਥ ਲਿੱਤਾ। ਕਚਕੋਲ ਬਣਾ ਲਿਆ। ਕਚਕੋਲ ਹੁੰਦਾ ਮੰਗਣ ਵਾਲੇ ਦਾ ਭਾਂਡਾ, ਕਾਸਾ। ਤੁਸੀਂ ਦੇਖਿਆ ਹੋਵੇਗਾ ਇੰਡੀਆ ਜਿਹੜੇ ਖਾਸ ਕਰਕੇ ਬੈਗਰਸ ਹੁੰਦੇ ਨੇ, people who collect foods from door to door, those kind of beggars, they have actually one pot, and in that pot they are putting everything, either it's salty or sweet or some kind of you can say curry, anything, they're putting actually everything in one pot। that is kachkol। kachkol ਬਣ ਗਿਆ, ਉਹਦੇ ਚ ਕੁਛ ਇਧਰੋਂ ਪਾਤਾ, ਕੁਛ ਇਧਰੋਂ ਪਾਤਾ, ਕੋਈ ਮਿੱਠਾ ਫਿੱਕਾ, ਲੂਣਾ ਸਲੂਣਾ। ਬੰਦੇ ਦਾ ਸਿਰ ਕਚਕੋਲ ਬਣ ਗਿਆ, ਭਾਂਡਾ ਐਸਾ ਹੈ। ਦੁਨੀਆ ਭਰ ਦਾ ਜੋ ਕੂੜ ਕਬਾੜ ਸਭ ਭਰ ਲਿਆ ਇਹਦੇ ਵਿੱਚ। ਉਹ ਕਹਿੰਦੇ ਸਿਰ ਕਚਕੋਲ ਬਣਾ ਹੱਥ ਲਿੱਤਾ ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਸੀ ਭਰਿਆ। ਹੁਣ ਇਹਦੇ 'ਚ ਜਗ੍ਹਾ ਹੀ ਨਹੀਂ ਬਚੀ ਕੁਛ, ਇੰਨਾ ਕੁ ਤੁਨ ਤੁਨ ਕੇ ਭਰ ਲਿਆ। ਯੂ ਨੋ, ਇਹ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਕਹਿੰਦੇ ਨੇ ਕਿ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਜੇ ਇੱਕ ਭਾਂਡੇ 'ਚ ਕੋਈ ਚੀਜ਼ ਪਾਉਣੀ ਹੈ, ਜੋ ਪਿਆ ਆ ਉਹਦੇ 'ਚੋਂ ਪਾਸੇ ਕਰੋਗੇ, if you actually throw whatever that pot is containing already, then you can actually put anything new over there. Otherwise, that pot is not going to receive or take anything else। ਸੋ ਜਿਹੜਾ ਆਲਰੇਡੀ ਕਚਕੋਲ ਭਰ ਚੁੱਕਾ ਆ, ਸਿਰ ਕਚਕੋਲ ਬਣਾ ਹੱਥ ਲਿੱਤਾ ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਮੰਗ ਪਾਏ, ਤੁਨ ਤੁਨ ਕੇ ਸੀ ਭਰਿਆ। ਭਰਿਆ ਵੇਖ ਅਫਰਿਆ ਮੈਂ ਸਾਂ ਸੋਚਾਂ ਗਿਆਨੀ ਬਣਿਆ। ਆਫਰ ਗਿਆ ਬੰਦਾ। ਬੰਦਾ ਕਹਿੰਦਾ ਤੁਸੀਂ ਕੌਣ ਹੁੰਦੇ ਮੈਨੂੰ ਕੋਈ ਦੱਸਣ ਵਾਲੇ? Who the hell are you who can actually tell me anything? I know everything। ਠੀਕ ਹੈ ਜੀ। ਹੁਣ ਇਹ ਜਿਹੜੀ ਅਲਾਮਤ ਆ ਗਈ, ਕਹਿੰਦੇ ਕਿ ਫਿਰ ਸੋਚਾਂ ਗਿਆਨੀ ਬਣਿਆ। ਭਰਿਆ ਵੇਖ ਅਫਰਿਆ ਮੈਂ ਸਾਂ ਸੋਚਾਂ ਗਿਆਨੀ ਬਣਿਆ। ਟਿਕੇ ਨਾ ਪੈਰ ਜ਼ਮੀਨ ਤੇ ਮੇਰਾ ਉੱਚਾ ਹੋ ਤੁਰਿਆ। ਇਹ ਅਲਾਮਤ ਹੈ, ਖੁਆਰੀ ਇਹੀ ਹੈ। ਹੰਕਾਰ ਨਾਲ ਭਰਿਆ ਹੋਇਆ ਬੰਦਾ, ਆਲੇ ਦੁਆਲੇ ਫੂਕਾਂ ਮਾਰਦਾ। ਹੂ ਕੇਅਰ। ਤੁਸੀਂ ਸਮਾਜਾਂ ਦੀ ਹਾਲਤ ਦੇਖੋ ਕੈਸੀ ਹੈ। ਖੁਆਰੀ ਹੋਰ ਕੀ ਹੈ? ਬੰਦੇ ਨੂੰ ਇਹ ਨਹੀਂ ਪਤਾ ਰਹਿਣਾ ਕਿਵੇਂ ਹੈ, ਖਾਣਾ ਕਿਵੇਂ ਹੈ, ਪਾਣਾ ਕਿਵੇਂ ਹੈ, ਬੋਲਣਾ ਕਿਵੇਂ ਹੈ। ਜੇ ਸਾਰਾ ਕੁਝ ਦਰੁਸਤ ਹੋਏ ਤੇ ਜ਼ਿੰਦਗੀ ਠੀਕ ਹੋਏ। ਘਰ ਦੇ ਵਿੱਚ ਰਹਿਣ ਜੋਗੀ ਹਾਲਤ ਨਹੀਂ ਹੈ, ਨਾ ਪਰਿਵਾਰ ਵਿੱਚ, ਨਾ ਬੱਚਿਆਂ 'ਚ, ਨਾ ਭੈਣ ਭਰਾਵਾਂ 'ਚ, ਨਾ ਆਲੇ ਦੁਆਲੇ। ਤੇ ਬੰਦਾ ਕਹਿੰਦਾ ਮੈਂ ਤੋਪ ਆ, ਮੈਂ ਬਲਾ ਆ ਬੜੀ ਵੱਡੀ। ਭਾਈ ਖੁਆਰੀ ਹੈ। ਉਖੜ ਗਏ ਤਾਲ ਤੋਂ, ਬੇਤਾਲਾ ਹੋ ਗਏ, ਪਤਾ ਹੀ ਨਹੀਂ ਕਿਆ। ਟਿਕੇ ਨਾ ਪੈਰ ਜ਼ਮੀਨ ਤੇ ਮੇਰਾ ਉੱਚਾ ਹੋ ਤੁਰਿਆ। ਬਾਏ ਚਾਂਸ ਇੱਕ ਦਿਨ ਕੀ ਹੋਇਆ, ਕਹਿੰਦੇ ਇੱਕ ਤਰਸ ਕੀਤਾ ਕੁਦਰਤ ਨੇ। ਕਰਤਾਰੀ ਕੁਦਰਤ ਬੜਾ ਤਰਸ ਕਰਦੀ ਹੈ। ਯੂ ਨੋ that mother nature is full with compassion. Sometime that mother nature shows some kind of compassion toward us, and same thing Bhai Sahib is saying happened to me।
ਸਮਹਾਓ ਬਾਏ ਚਾਂਸ ਮੇਰਾ ਕੀ ਹੋਇਆ, ਕਹਿੰਦੇ ਇੱਕ ਦਿਨ ਇਹ ਕਚਕੋਲ ਲੈ ਗਿਆ, ਮੁਰਸ਼ਦ ਮੂਰੇ ਤਰਿਆ। I actually go to see my master। ਮੈਂ ਉਹਨੂੰ ਦੇਖਣ ਲਈ ਉਹਦੇ ਕੋਲ ਚਲਾ ਗਿਆ। ਮੱਥਾ ਟੇਕਣਾ, ਸਿਰ ਰੱਖਣਾ ਅੱਗੇ। ਮੈਂ ਆਪਣਾ ਕਚਕੋਲ ਜੋ ਮੈਂ ਭਾਂਡਾ ਭਰਿਆ ਸੀਗਾ ਸਾਰਾ ਇਹ ਚੁੱਕ ਕੇ ਮੁਰਸ਼ਦ ਦੇ ਸਾਹਮਣੇ ਰੱਖਤਾ ਵੀ ਆ ਦੇਖ ਮੈਂ ਆ ਇਕੱਠਾ ਕਰੀ ਬੈਠਾ ਸਾਰਾ ਕੁਛ। ਕਹਿੰਦੇ ਹੋਇਆ ਕਿ ਇੱਕ ਦਿਨ ਇਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਝੂਠ ਕੇ ਉਸ ਉਲਟਾਇਆ, ਖਾਲੀ ਸਾਰਾ ਕਰਿਆ। ਉਹਨੇ ਕਿਹਾ ਦੁਨੀਆ ਦੀ ਝੂਠ ਚੱਕੀ ਫਿਰਦਾ ਸਾਰੀ, ਆ ਕੀ ਆ ਗਾਰਬੇਜ। what are you containing? that is not helpful at all। ਐਕਚੁਅਲ ਲੈਵਲ ਤੇ ਸਿੱਖੀ ਦਾ ਮੈਡੀਟੇਸ਼ਨ ਇੱਥੋਂ ਸ਼ੁਰੂ ਹੁੰਦਾ ਆ। ਮੈਨੂੰ ਕੁਝ ਨਹੀਂ ਪਤਾ, ਆਈ ਡੋਂਟ ਨੋ ਐਨੀਥਿੰਗ। ਓ ਮਾਈ ਲਾਰਡ, ਓ ਮਾਈ ਮਾਸਟਰ, ਪਲੀਜ਼ ਸ਼ੋ ਮੀ ਪਾਥ। ਅਸੀਂ ਲਿਟਰਲੀ ਤੌਰ ਤੇ ਬਚਨ ਪੜ੍ਹਦੇ ਹਾਂ, ਹਮ ਅੰਧੁਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਅੰਨੇ ਤੇ ਅੰਨੇ ਸਿਰਫ ਅੱਖਾਂ ਦੇ ਨਹੀਂ, ਨੋ ਦੈਟਸ ਅੱਖਾਂ ਦਾ ਅੰਨਾ ਤੇ ਕੋਈ ਅੰਨਾ ਹੀ ਨਹੀਂ ਹੁੰਦਾ। ਉਹ ਲੋਕ ਤੇ ਸੂਰਮੇ ਹੁੰਦੇ ਨੇ, ਅੱਖਾਂ ਤੋਂ ਦਿਸਦਾ ਨਹੀਂ ਪਰ ਜ਼ਿੰਦਗੀ ਜੀਂਦੇ ਨੇ, ਸੰਗੀਤਕਾਰ ਬਣ ਜਾਂਦੇ ਨੇ, ਬਹੁਤ ਕੁਝ ਬਣ ਜਾਂਦੇ ਨੇ। ਸਾਡੇ ਘਰ ਤੇ ਉਮਦਾ ਤੋਂ ਉਮਦਾ ਰਾਗੀ ਅੱਖਾਂ ਤੋਂ ਵਿਰਵੇ ਰਹੇ। ਭਾਈ ਸੁਰਜਨ ਸਿੰਘ ਜੀ, ਭਾਈ ਗੋਪਾਲ ਸਿੰਘ ਜੀ, ਭਾਈ ਬੰਤਾ ਸਿੰਘ ਜੀ, ਤੁਸੀਂ ਨਾਂ ਲਓ, ਭਾਈ ਗੁਰਮੇਲ ਸਿੰਘ ਜੀ। so many, actually it's a big list of very actually great people who sung Gurbani in a marvelous way। so how can we say those people were blind? according to Sikhi school of thought they were very brave people। ਸੂਰਮੇ ਏਡੇ ਤਗੜੇ ਜਿਹਨਾਂ ਜ਼ਿੰਦਗੀ ਨੂੰ ਨਜਿੱਠਿਆ, ਸਿੱਝੇ ਜ਼ਿੰਦਗੀ ਦੇ ਨਾਲ। ਫਿਰ ਗੁਰੂ ਅਮਰਦਾਸ ਸਾਹਿਬ ਦੇ ਬਚਨ ਯਾਦ ਆਉਂਦੇ ਨੇ, ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਨ ਨਾ ਹੈ। ਨਾ ਨਾ ਨਾ, ਉਹਨਾਂ ਨੂੰ ਅੰਨੇ ਕਿਉਂ ਕਿਹਾ ਜਾ ਜਿਨ੍ਹਾਂ ਦੇ ਮੁਖ ਤੇ ਲੋਇਨ ਨਹੀਂ ਹੈਗੇ ਤੇ ਕੁਦਰਤੀ ਤੌਰ ਤੇ ਅੱਖਾਂ ਦੀ ਰੌਸ਼ਨੀ ਨਹੀਂ ਮਿਲੀ, ਉਹ ਅੰਨੇ ਨਹੀਂ ਗਏ। ਫਿਰ ਅੰਨੇ ਕੌਣ ਨੇ ਮਹਾਰਾਜ? ਮਹਾਰਾਜ ਕਹਿੰਦੇ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਨ ਨਾ ਹੈ, ਅੰਧੇ ਸਈ ਨਾਨਕਾ ਖਸਮੋਂ ਕੁੱਥੇ ਜਾਏ, ਹਰ ਬਿਸਰਤ ਸਦਾ ਖੁਆਰੇ। ਜਿਹੜੇ ਖਸਮ ਤੋਂ ਕੁੱਥ ਗਏ, ਜਿਹੜੇ ਜਿਹਨੂੰ ਕਿਹਾ ਗਿਆ ਅਕਲ ਦੇ ਅੰਨੇ, ਜਿਨ੍ਹਾਂ ਨੂੰ ਸੋਝੀ ਨਹੀਂ, ਜਿਨ੍ਹਾਂ ਨੂੰ ਵਿਜ਼ਡਮ, ਵਿਵੇਕ, ਇਨਰ ਇਨਸਟਿੰਕਟ ਮਿਲਿਆ, ਦੀਵਾ ਬੁਝਾ ਲਿਆ। ਦੀਵਾ ਬਲਦਾ ਨਾ ਰੱਖ ਸਕੇ, ਕਿਉਂਕਿ ਜਿਹੜੀ ਰੌਸ਼ਨੀ ਹੈ ਰੱਬ ਦੀ ਯਾਦ ਉਸ ਦੀਵੇ ਦਾ ਤੇਲ ਹੈ। ਜੇ ਉਹਦੇ 'ਚ ਪਾਓਗੇ ਉਹ ਬਲੇਗਾ, ਨਹੀਂ ਪਾਓਗੇ ਬੁਝ ਜਾਏਗਾ। ਵੈਰੀ ਸਿੰਪਲ। ਆਵਾ ਨਾ ਪਿੱਛੇ ਬੰਦੀ ਛੋੜ ਦਿਵਸ ਲੰਘਿਆ ਹੈਗਾ, ਲੋਕਾਂ ਨੇ ਬੜੇ ਦੀਵੇ ਬਾਲੇ। ਗੁਰੂ ਗ੍ਰੰਥ ਸਾਹਿਬ ਵੀ ਦੀਵੇ ਬਾਲਣ ਦੀ ਬਹੁਤ ਗੱਲ ਕਰਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਬਾਹਰ ਦਾ ਦੀਵਾ ਗੱਲਿਆ ਬਾਲਿਆਂ ਕੁਛ ਨਹੀਂ ਹੋਏਗਾ। ਜਿਵੇਂ ਉਲਾਮਾ ਨੇ ਕਦੇ ਲਿਖਿਆ ਸੀ, ਨਹੀਂ ਕਹਿੰਦੇ ਚਿਰਾਗ ਬਹੁਤ ਜਲਾਏ ਦਰੇ ਗੈਰਾਂ में ਦਿਲੇ ਕੂਚੇ में ਅੰਧੇਰਾ ਰਹਾ। ਬੜੇ ਬੜੇ ਦੀਵੇ ਬਾਲੇ, ਬੜੀਆਂ ਸ਼ਮਾ ਬਾਲੀਆਂ, ਸਾਰੇ ਦਰੇ ਕੂਚੇ ਦੇ ਵਿੱਚ, ਚੌਂਕ ਮਨਾਰ ਬਾਜ਼ਾਰ ਗਲੀਆਂ ਚਾਰ ਚੁਫੇਰੇ ਪੂਰੀਆਂ ਰੌਸ਼ਨ ਕਰਤੀਆਂ, ਰੌਸ਼ਨੀ ਨਾਲ ਨਹਾ ਗਈਆਂ। ਪਰ ਉਹ ਕਹਿੰਦਾ ਦਿਲੇ ਕੂਚੇ, ਅੰਦਰ ਦੀ ਦੁਨੀਆ 'ਚ ਹਨੇਰਾ ਹੀ ਰਿਹਾ ਸਾਰੇ ਦਾ ਸਾਰਾ। ਗੁਰੂ ਬਾਬਾ ਜੀ ਕਹਿੰਦੇ ਜੇ ਕੁਝ ਵਾਕਿਆ 'ਚ ਹੀ ਰੌਸ਼ਨੀ ਕਰਨੀ ਹੈ ਤੇ ਕਿਉਂ ਨਹੀਂ ਰੌਸ਼ਨ ਦਿਮਾਗ ਹੋ ਜਾਂਦਾ, ਆਪਣੇ ਅੰਦਰ ਦੀ ਸੁਰਤ ਨੂੰ ਰੌਸ਼ਨ ਕਰਦਾ। ਮਹਾਰਾਜ ਬਾਹਰ ਦੇ ਦੀਵੇ ਬਾਲਣ ਦਾ ਤੇ ਪਤਾ, ਅੰਦਰ ਦਾ ਕਿਵੇਂ ਬਾਲਾਂਗਾ। ਤੇ ਮਹਾਰਾਜ ਨੇ ਕਿਹਾ ਦੇਖ ਦੀਵਾ ਬਲੇ ਅੰਧੇਰਾ ਜਾਏ। ਜਿਵੇਂ ਦੀਵਾ ਬਲਦਾ ਤੇ ਹਨੇਰੇ ਨੂੰ ਖਾ ਜਾਂਦਾ ਦੀਵਾ। ਵੇਦ ਪਾਠ ਮਤ ਪਾਪਾਂ ਖਾਏ। ਜਿਹੜਾ ਧਾਰਮਿਕ ਗ੍ਰੰਥਾਂ ਦਾ ਗਿਆਨ ਇਹੋ ਜਿਹੀ ਚੀਜ਼ ਆ, ਇਹ ਜਿਹੜੀ ਸਾਡੇ ਮੱਤ ਦੇ ਵਿੱਚ ਪਾਪਾਂ ਦਾ ਹਨੇਰਾ ਪਿਆ, ਮੈਲ ਪਈ, ਉਹਨੂੰ ਖਾ ਜਾਂਦਾ। ਇਹ ਬਾਲ, ਇਹ ਬੜਾ ਜ਼ਰੂਰੀ ਹੈ। ਤੇ ਇਹ ਬਲਦਾ ਰੱਖ, ਲਗਾਤਾਰ ਤੇਲ ਪਾ ਇਹਦੇ ਵਿੱਚ। ਇਹ ਜਿਹੜਾ ਤੇਲ ਆ ਇਹ ਹੈ ਵਿਵੇਕ ਨੂੰ ਬਲਦਾ ਰੱਖਣਾ, ਹਰੀ ਨੂੰ ਯਾਦ ਕਰਨਾ, ਵਾਰ ਆਪਣੇ ਆਪ ਨੂੰ ਦੱਸਣਾ, ਹੂ ਐਮ ਆਈ, ਮੈਂ ਕੌਣ ਹਾਂ, ਸਿਮਰਨ ਕਰਨਾ। ਭਗਤ ਰਵਿਦਾਸ ਜੀ ਨੇ ਇੱਕ ਜਗ੍ਹਾ ਬੜਾ ਸੁੰਦਰ ਬਿਆਨ ਕੀਤਾ, ਕਹਿੰਦੇ
कि हे करतार माधो तू वैसे बड़ा बेअंत आ, बड़ा तरस करने वाला आ, तू मनुख नूं समुचे जीव जगत विच एज ए ह्यूमन बीइंग वी आर ए superior creature in the whole creature world. Why? Because we have wisdom. We have special human instinct. But if we are not able to contain it, we are not able to actually carry that ability all the time, then we are not actually, you can say, anything else except the animal. एक जानवर तो बिना से कुछ भी नहीं। फिर उन्हें जिक्र किया कहते कि माधो अविद्या हितकीन विवेक दीप मलीन। बंदे ने दोस्ती पता किहदे नाल लगाई है? दीवा आ, दीवा तेल नाल दोस्ती लगाएगा बलेगा, जे पानी नाल दोस्ती ला ले दीवा, दीवे दे जग भर के पानी दा पा दिओ, व्हाट्स गोना हैपन? बुझ जाएगा। साडे अंदर जे ते ख्याल विचार सोचां उवें दियां आउणगियां जिहड़ियां रब वाले पासे तुहानूं लैके जाण, अंदर दा विवेक बढ़ेगा। ते जे ओहो जे विचार ख्याल लगातार चलन जिहड़े उस पासों तोड़ देन, दीवा बुझ जाएगा। माधो अविद्या हितकीन, हित कहंदे ने हित लगा लेना, दोस्ती फ्रेंडशिप कर लेनी, हितू हो जाना। कहते अविद्या अज्ञानता नाल, अमूढ़ता नाल, इलिटरेशन नाल दोस्ती लगा ले। माधो अविद्या हितकीन विवेक दीप मलीन, विवेक दा दीवा ही बुझ गया, चंगे माड़े दी पहचान ही खत्म हो गई, सही गलत दिसना बंद हो गया, खाण योग ना खाण योग भुल गया, करण योग ना करण योग भुल गया, कुछ भी नहीं चेता। ये हालत बंदे दी है। ये है हर बिसरत सदा खुआरी। फिर खुआरी है, फिर हर लैवल ते खुआरी है। हर लैवल ते बंदा खुश सुखी सुख नूं आनंद नूं जीवन दे गुणां नूं माण सकदा आ। पर जदों हरी बिसर गया, सोझी ना आ रही, अकल ना आ रही, सही माड़े दी पहचान ना आ रही, करण योग ना करण योग कम्मां दी पहचान ना आ रही, फिर खुआरी है। तो इस खुआरी तो बंदे नूं फिर कोई बचा नहीं सकता। गुरु बाबा जी कहंदे हर बिसर सदा खुआरी। पर नाल दी नाल क्या ताको धोखा कहाँ व्यापै। धोखा ਅਸੀਂ ਅਕਸਰ ਇਤਰਾਜ਼ ਕਰਦੇ ਹਾਂ, ਮੈਨੂੰ ਨਾ ਫਲਾਣੇ ਬੰਦੇ ਨੇ ਧੋਖਾ ਦਿੱਤਾ। that actually one person has done some kind of disloyalty toward me। ਮੈਨੂੰ ਡਿਸਲੋਇਲ ਕੀਤਾ ਫਲਾਣੇ ਬੰਦੇ ਨੇ, ਮੈਨੂੰ ਬਿਟਰੇਟ ਕੀਤਾ ਫਲਾਣੇ ਬੰਦੇ ਨੇ। ਅਸੀਂ ਅਕਸਰ ਕਹਿੰਦੇ ਹਾਂ। ਐਕਚੁਅਲ ਲੈਵਲ ਤੇ ਬਾਹਰ ਦੀ ਦੁਨੀਆ 'ਚ ਸਾਨੂੰ ਕੋਈ ਧੋਖਾ ਨਹੀਂ ਦੇ ਸਕਦਾ, ਐਕਸੈਪਟ ਜੇ ਸਾਡੀ ਅਕਲ ਸਾਨੂੰ ਧੋਖਾ ਨਾ ਦੇਵੇ। ਤੇ ਬੰਦਾ ਉਦੋਂ ਹੀ ਮਰਦਾ ਆ ਜਦੋਂ ਬੰਦੇ ਦੀ ਅਕਲ ਉਹਨੂੰ ਧੋਖਾ ਦੇ ਜਾਂਦੀ ਹੈ। ਇਹ ਸਭ ਤੋਂ ਵੱਡੀ ਅਲਾਮਤ ਹੈ। ਜਿੱਥੇ ਅਕਲ ਨੇ ਧੋਖਾ ਦਿੱਤਾ ਨਹੀਂ, ਸੋਝੀ ਵਿਵੇਕ ਸਮਝ ਇਹ ਗਈ ਨਹੀਂ ਬੰਦੇ ਕੋਲੋਂ, ਬੰਦੇ ਦਾ ਬਚਣਾ ਨਾਮੁਮਕਿਨ ਹੈ। ਗੁਰੂ ਬਾਬਾ ਜਦੋਂ ਬਿਆਨ ਕਰਦੇ ਨਾ, ਅਸੀਂ ਸ਼ਬਦ ਪੜ੍ਹਦੇ ਹਾਂ ਕਿ ਕਰਮਖੰਡ ਦੇ ਵਿੱਚ ਜਪਜੀ ਸਾਹਿਬ ਵਿੱਚ, ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ। ਉਹਨਾਂ ਨੂੰ ਕੋਈ ਧਰਤੀ ਦੀ ਤਾਕਤ ਠੱਗ ਨਹੀਂ ਸਕਦੀ, ਠੱਗੀ ਲੱਗ ਹੀ ਨਹੀਂ ਸਕਦੀ। ਠੱਗੀ ਕਿਵੇਂ ਲੱਗੇਗੀ? ਠੱਗਿਆ ਤੇ ਉਹ ਬੰਦਾ ਜਾਏਗਾ ਜਿਹੜਾ ਸੌਂ ਜਾਏਗਾ, ਜਿਹੜਾ ਅਕਲ ਤੋਂ ਵਿਰਵਾ ਹੋਏਗਾ, ਜਿਹੜਾ ਹਰ ਵਕਤ ਅਵੇਅਰ ਹੈ, ਜਿਹਨੂੰ ਪਤਾ ਆ ਕੀ ਕਰਨਾ ਹੈ ਕੀ ਨਹੀਂ ਕਰਨਾ, ਜਿਹਨੂੰ ਬਿਲਕੁਲ ਸਮਝ ਆ ਹਰ ਲੈਵਲ ਤੇ, ਉਹਨੂੰ ਤੇ ਕੋਈ ਧੋਖਾ ਨਹੀਂ, ਉਹਨੂੰ ਕੋਈ ਠੱਗੀ ਨਹੀਂ। ਉਹ ਹਰ ਵਕਤ ਆਪਣੇ ਆਪ ਨੂੰ ਬਿਲਕੁਲ ਜੇਤੂ ਮਹਿਸੂਸ ਕਰੇਗਾ, ਹਰ ਵਕਤ ਆਪਣੇ ਆਪ ਨੂੰ ਬਿਲਕੁਲ ਸਾਲਮ, ਜਿਹਨੂੰ ਕਿਹਾ ਇਸ ਗ੍ਰਹਿ ਮਹਿ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਰਹਿ, ਸਾਬਤ ਸਾਲਮ ਕੰਪਲੀਟ। ਬੰਦਾ ਕਹਿੰਦਾ ਅਸਲ 'ਚ ਨਾ ਥੋੜਾ ਜਿਹਾ ਨੁਕਸਾਨ ਹੋ ਗਿਆ ਤੇ ਥੋੜਾ ਜਿਹਾ ਫਾਇਦਾ ਹੋ ਗਿਆ, ਮੈਂ ਥੋੜਾ ਜਿਹਾ ਧਿਆਨ ਨਹੀਂ ਦਿੱਤਾ। ਜਿਹੜਾ ਸੌਂਦਾ ਹੀ ਨਹੀਂ, ਸੌਣ ਦਾ ਮਤਲਬ ਇਸ ਲੈਵਲ ਤੇ ਜਿਹੜਾ ਇਸ ਪਾਸਿਓਂ ਬਿਲਕੁਲ ਟੋਟਲੀ ਅਵੇਅਰ ਆ, ਵਟ ਟੂ ਡੂ ਐਂਡ ਵਟ ਨੋਟ ਟੂ ਡੂ, ਕੀ ਕਰਨਾ ਹੈ ਕੀ ਨਹੀਂ ਕਰਨਾ, ਕਿਸ ਚੀਜ਼ ਨੂੰ ਪਰਸੀਵ ਕਰਨਾ ਹੈ, ਕਿਸ ਚੀਜ਼ ਨੂੰ ਰਿਜੈਕਟ ਕਰਨਾ ਹੈ। ਜਿਹੜਾ ਹੀਰੇ ਚੁਣ ਰਿਹਾ, ਪੱਥਰ ਨਹੀਂ।
ਧਰਤੀ ਮੈਂ ਕਿਹਾ ਸਭ ਕੁਝ ਬਿਖਰਿਆ ਚਾਰ ਚੁਫੇਰੇ, ਤੁਸੀਂ ਕੀ ਪਰਸੀਵ ਕਰਨਾ ਆ, ਤੁਸੀਂ ਕਿਸ ਚੀਜ਼ ਨੂੰ ਝੋਲੀ ਵਿੱਚ ਪਾਉਣਾ ਆ, ਤੁਹਾਡਾ ਕਿਹੜਾ ਥਾਟ, ਕਿਹੜੀ ਰਾਏ, ਕਿਹੜੀ ਵਿਚਾਰ, ਕਿਹੜਾ ਖਿਆਲ ਤੁਹਾਡੇ ਅੰਦਰ ਦੀ ਪੂੰਜੀ ਬਣੇਗੀ। ਸੋਚੋ ਇਸ ਚੀਜ਼ ਤੇ। ਜਿਹੜਾ ਬੰਦਾ ਇਹਦੇ ਬਾਰੇ ਬਿਲਕੁਲ ਅਵੇਅਰ ਹੈ ਉਹਨੂੰ ਕੋਈ ਧੋਖਾ ਨਹੀਂ, ਕਿਉਂਕਿ ਉਹਦੇ ਅੰਦਰ ਕੋਈ ਨਾ ਮਾੜੀ ਚੀਜ਼ ਆਵੇਗੀ, ਨਾ ਮਾੜਾ ਬੀਜ ਬੀਜਿਆ, ਨਾ ਮਾੜੀ ਫਸਲ ਉੱਗੇਗੀ, ਨਾ ਮਾੜੇ ਫਲ ਖਾਣੇ ਪੈਣਗੇ, ਕੁਛ ਵੀ ਨਹੀਂ। ਐਵਰੀਥਿੰਗ ਇਜ਼ ਟੋਟਲੀ ਐਕਚੁਅਲੀ ਹੀ ਔਰ ਸ਼ੀ ਇਜ਼ ਟੋਟਲੀ ਅਵੇਅਰ ਅਬਾਊਟ ਇਟ। ਸੋਨੂੰ ਕਿਹਾ इस ग्रह में कोई जागत रहे, साबित वस्तु सालम, टोटली संपूर्ण, कंप्लीट। क्या ताको धोखा कहाँ व्याप है, उन्हें कोई धोखा नहीं। जाको ओट तुहारी, जिन्हों करतार दी ओट आ, जिन्हों पता है अकाल पुरख वाहिगुरु अंग संग है, सहाई है, मना घबराउण डोलण दी कोई लोड़ नहीं। मन क्यों बैराग करेगा सतगुर मेरा पूरा, मनसा का दाता सब सुख निधान, ਅੰਮ੍ਰਿਤ ਸਰ ਸਦ ਹੀ ਭਰਪੂਰਾ। ਜਿਹੜਾ ਮਨਾ ਤੇਰੀ ਹਰ ਆਸ਼ਾ ਪੂਰਾ ਕਰਨ ਵਾਲਾ ਆ, ਤੇਰੀ ਉਹਦੇ ਨਾਲ ਸਾਂਝ ਆ। ਤੇ ਅੰਮ੍ਰਿਤਸਰ ਆਤਮਿਕ ਜੀਵਨ ਦਾ ਸਰੋਵਰ ਹੈ ਪੂਰੇ ਦਾ ਪੂਰਾ। ਅਗਲੇ ਬਚਨ ਨੇ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਵੈਸੇ ਐਕਚੁਅਲ ਲੈਵਲ ਤੇ ਫੈਕਟ ਤੇ ਚੈੱਕ ਕਰਨ ਦੀ ਬੜੀ ਲੋੜ ਹੈ ਇਹਦੇ ਉੱਤੇ ਵੀ ਵਟ ਇਜ਼ ਫੈਕਚੁਅਲੀ ਰਾਈਟ ਔਰ ਰੋਂਗ। ਬਟ ਇਨ ਮਿਥ, ਇਹ ਮਿਥਿਕ ਦਾਸਤਾਵਾਂ ਦੇ ਵਿੱਚ, ਫੋਕਲੋਰ ਦੇ ਵਿੱਚ, ਲਿਟਰੇਚਰ 'ਚ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ ਕਿ ਸੱਪ ਦੀ ਉਮਰ ਬੜੀ ਲੰਮੀ ਹੁੰਦੀ ਹੈ, ਬਹੁਤ ਲੰਮੇਰੀ ਉਮਰ ਭੋਗਦਾ ਆ ਸੱਪ। ਪਰ ਇੰਨੀ ਲੰਮੇਰੀ ਉਮਰ ਭੋਗ ਕੇ ਪ੍ਰਾਪਤ ਕੀ ਕਰਦਾ ਉਹ? ਮਿੱਟੀ ਤੇ ਰੇਂਗ ਕੇ ਤੁਰਦਾ ਆ, ਨਥਿੰਗ ਐਲਸ। ਜਿੰਨੀ ਲੰਮੇਰੀ ਉਮਰ ਉਹਨਾਂ ਕੀ ਹੈ? ਜ਼ਹਿਰ। ਜ਼ਹਿਰ ਜਿਹੜਾ ਆ ਮਤਲਬ ਕੁੜੱਤਨ ਹੈ, ਗਰਮੀ ਹੈ। ਸੱਪ 'ਚ ਗਰਮੀ ਬਹੁਤ ਹੁੰਦੀ, ਬਹੁਤ ਮਤਲਬ ਸੱਪ ਨੂੰ ਗਰਮੀ ਲੱਗਦੀ ਬਹੁਤੀ, ਕੋਈ ਜ਼ਹਿਰ ਕੈਰੀ ਕਰਦਾ ਹਰ ਵਕਤ। ਜਿਹੜਾ ਜੀਵਨ ਦਾ ਲੰਮੇਰਾ ਹੋਣਾ, ਜੀਣਾ, ਬਹੁਤ ਲੰਮੀਆਂ ਲੰਮੀਆਂ ਉਮਰਾਂ ਭੋਗਣਾ, ਸਭ ਕੁਝ, ਪਰ ਕੋਈ ਮੀਨਿੰਗਫੁਲ ਨਹੀਂ ਕੁਛ ਵੀ। ਸਾਲਾਂ ਦੇ ਸਾਲ ਬੰਦੇ ਨੇ ਕੱਢੇ, ਪਰ ਕੀਤਾ ਕੀ? ਦੈਟ ਇਜ਼ ਦਾ ਪੁਆਇੰਟ। ਆਪਣਾ ਕੀ ਸਵਾਰਿਆ, ਦੂਜੇ ਦਾ ਕੀ ਸਵਾਰਿਆ? ਜਿੱਥੇ ਬੰਦੇ ਨੇ ਕੀਤਾ ਹੀ ਕੁਝ ਨਹੀਂ, ਸਿਰਫ ਸਾਲਾਂ ਦੇ ਸਾਲ ਹੰਡਾਏ, ਕਣਕ ਖਾ ਛੱਡੀ ਸਾਰੀ, ਕੱਪੜੇ ਪਾ ਪਾ ਕੇ ਖਰਾਬ ਕਰ ਦਿੱਤੇ, ਖਾਂਦਿਆਂ ਖਾਂਦਿਆਂ ਮੂੰਹ ਗੱਠਾ, ਖਾ ਖਾ ਕੇ ਮੂੰਹ ਗੱਠ ਗਿਆ, ਪਹਿਨੰਦਿਆਂ ਸਭ ਅੰਗ। ਨਾਨਕ ਤ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨਾ ਲੱਗੋ ਰੰਗ। ਤ੍ਰਿਕਾਰ ਯੋਗ ਜੀਵਨ ਆ, ਸੱਚ ਦਾ ਰੰਗ ਹੀ ਨਹੀਂ ਲੱਗਾ, ਉਮਰ ਲੰਘ ਗਈ ਐਵੇਂ। ਗੁਰੂ ਸਾਹਿਬ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ, ਜਿਹੜਾ ਬਿਨਾਂ ਸਿਮਰਨ ਤੋਂ ਜੀਵਨ ਚੱਲਣਾ ਆ, ਇਹ ਬੰਦੇ ਦਾ ਜਿਉਣਾ ਆ। ਸਰਪ ਜੈਸੇ ਅਰਜਾਰੀ, ਐਵੇਂ ਜਿਵੇਂ ਸੱਪ ਦੀ ਉਮਰ ਭੋਗੀ ਹੋਏ, ਨਥਿੰਗ ਐਲਸ। ਜਸਟ ਜਿੰਨਾ ਚਿਰ ਜੀਆ ਜ਼ਹਿਰ ਦੀ ਮੂਰਤੀ ਬਣ ਕੇ ਜੀਆ। ਨਵ ਖੰਡਨ ਕੋ ਰਾਜ ਕਮਾਵੇ, 9 ਖੰਡਾਂ ਦਾ ਰਾਜਾ ਵੀ ਹੋ ਜਾਏ, ਬਾਦਸ਼ਾਹ ਵੀ ਹੋ ਜਾਏ, ਪਰ ਸਭ ਕਹਿੰਦੇ ਅੰਤ ਚਲੇ ਗੁਹਾਰੀ, ਅਖੀਰ ਹਾਰ ਕੇ ਜਾਏਗਾ। ਹਾਰ ਕੇ ਜਾਣ ਦਾ ਮਾਇਨਾ ਵੀ ਯਾਦ ਰੱਖੀਏ ਕਿ later or sooner we have to face death। ਜਿਹਨੂੰ ਗੁਰੂ ਸਾਹਿਬ ਨੇ ਬਾਣੀ 'ਚ ਬਿਆਨ ਕੀਤਾ ਸੀਗਾ ਵੀ ਹੱਥ ਮਰੋੜੈ ਤਨ ਕਪੈ ਸਿਆਹੋਂ ਹੋਵਾ ਸੇਤ। ਜਦੋਂ ਹਾਲਤ ਇਹ ਬਣਦੀ, ਸਰੀਰ ਦੀ ਕੋਈ ਤਾਕਤ ਕੰਮ ਨਹੀਂ ਕਰਦੀ ਉੱਥੇ, ਬਲਕਿ ਹੱਥ ਮਰੋੜੇ ਜਾਂਦੇ ਨੇ, ਤਨ ਕਾਂਪ ਖਾਂਦਾ ਆ। ਜਿਹੜਾ ਸ਼ਿਆਹ ਰੰਗ ਸੀਗਾ, ਲਾਲ ਸੁਹਾ ਰੰਗ, ਖੂਨ ਰੱਤਾ ਰੰਗ, ਸਵੇਤ ਹੋ ਗਿਆ, ਚਿੱਟਾ ਹੋ ਗਿਆ। ਮੌਤ ਦਾ ਡਰ ਭੈਭੀਤ ਕਰ ਰਿਹਾ ਹੈ, ਬੁਰੀ ਤਰ੍ਹਾਂ ਅੰਦਰ ਆ ਗਿਆ। ਇਸ ਸਾਰੀ ਹਾਲਤ ਦੇ ਵਿੱਚ ਜਿਹੜੀ ਉਸ ਸਮਾਂ ਦੀ ਦਸ਼ਾ ਬਣਦੀ ਹੈ, ਦੇਰ ਆਰ ਵੈਰੀ ਰੇਅਰ ਪੀਪਲ when they are leaving this world, they are smiling, they are totally full with contentment. When they revisit their whole life, they are totally satisfied, they are very thankful to our Lord। ओ वाहिगुरु, शुक्र है तेरा, जिंदगी दिती पूरी करके चले हैं। ये एक्चुअल लेवल ते अचीवमेंट है, ये है गुरमुख जन्म सवार दरगह चले। अदरवाइज बंदे ने जो मर्जी कमाया, बनाया, खटिया, सब पिछे रह गया। हुण अंत चलाए गुहारी, अखीर
हार के चला आया, तो थक के चला आया। साहब ने अंतलियां लाइनां लिखियां, गुण निधान गुण तिन ही गाए, जां को किरपा तारी। हर बंदे में चीज गल समझ आए जरूरी नहीं ना। इट्स नॉट एवरीबडीज गेम और एवरीबडीज एक्चुअली यू कैन से ट्रॉफी। देयर आर रेयर, देयर आर फ्यू who can understand what Baba ji is saying in these lines. महाराज कहते गुण निधान, गुणा दे खजाने नो, ट्रेजर ऑफ होल ऑल वर्चूस। गुण तिन ही गाए, ये उन्हें ही गाए, उसने ही एसोसिएशन बनाई उस ट्रेजर ऑफ वर्चूस दे नाल, अकाल पुरख वाहिगुरु दे नाल। जां को किरपा धारी, जिदे ते मालक ने आप किरपा कर दी, तरस कर दिता, सो सुखिया। That person is really, actually you can say, full with real comfort, full with real happiness. So सुखिया तानी उस जन्मा, उदा धरती ते आना, जन्मना, रहना, उदी लाइफ जेड़ी है, that is very grateful, that is very, you can say, बड़ी जिन्हों कहा जाए ग्लोरियस है, वो तनता दे पात्र है, उदी तारीफ करनी बनती है। तानी उस जन्मा नानक तिस बलिहारी। हे नानक, मैं तो खुद ਇਹੋ ਜਿਹੇ ਮਨੁੱਖ ਤੋਂ, ਇਹੋ ਜਿਹੀ ਰੂਹ ਤੋਂ ਬਲਿਹਾਰ ਜਾਣਾ, ਜਿਹਨੇ ਹਰੀ ਨੂੰ ਵਸਾਰਿਆ ਨਹੀਂ ਬਲਕਿ ਸੁਰਤ ਕਰਕੇ ਉਹਦੇ ਨਾਲ ਆਪਣੀ ਸਾਂਝ ਬਣਾ ਕੇ ਰੱਖੀ। ਸਾਹਿਬ ਰਹਿਮਤ ਕਰਨ ਐਸੇ ਆਲਮੀ ਬਚਨਾਂ ਚੋਂ, ਵਾਕਾਂ ਚੋਂ ਸਾਨੂੰ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰੂ ਵਿਜ਼ਡਮ ਨੂੰ ਪਰਸੀਵ ਕਰ ਸਕੀਏ, ਗੁਰਮਤੀਏ ਹੋ ਸਕੀਏ। ਦੈਟ ਇਜ਼ the ultimate message Gurbani is giving us. Thank you very much being an attentive listener. मैनू भुलां गलतियां लिए माफ़ी दे देनी, सब प्रेम इत्थे आवाज़ दे देनी। वाहिगुरु जी का खालसा, वाहिगुरु जी की फतेह।